ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪਹਿਲਾ। ਘਰ ਛੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਜਲ ਕਹਿਆ ਚਿਲਕਣਾ ਘੋਟਿਮ ਕਾਲੜੀ ਮਾਸ। ਧੋਤਿਆ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ। ਉਜਲ ਕਹਿਆ ਚਿਲਕਣਾ ਘੋਟਿਮ ਕਾਲੜੀ ਮਾਸ। ਧੋਤਿਆ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ। ਸਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨਾ। ਜਿੱਥਾ ਲਿਖਾ ਮੰਗੀਐ ਤਿੱਥਾ ਖੜੇ ਦਿਸਾਨਾ। ਰਹਾਓ ਕੋਠੇ ਮੰਡਪ ਮਾੜੀਆ ਪਾਸੋਂ ਚਿਤ ਵਿਆਹਾ। ਢੱਠੀਆ ਕੰਮ ਨਾ ਆਵਨੀ ਵਿੱਚੋਂ ਸਖਣੀ ਆਹਾ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ। ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਆਨਾ। ਸਿਮਲ ਰੁਖ ਸਰੀਰ ਮੈਂ ਜਾਨ ਦੇਖ ਭੁਲਾਨਾ। ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ। ਅੰਦੁਲੈ ਭਾਰੀ ਉਠਾਇਆ ਡੂਗਰ ਵਾਟ ਬਹੁਤ। ਅੱਖੀ ਲੋੜੀ ਨਾ ਲਹਾ ਹਉ ਚੜ ਲੰਘਾ ਕੇਤ। ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤ। ਨਾਨਕ ਨਾਮ ਸਮਾਲ ਤੂੰ ਬੱਦਾ ਛੁਟਹਿ ਜਿਤ। ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤ। ਨਾਨਕ
ਨਾਨਕ ਨਾਮ ਸਮਾਲ ਤੂੰ, ਬੱਦਾ ਛੁਟਹਿ ਜਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਬਰ ਛਤਰ। ਤਖਤ ਦੇ ਮਾਲਕ ਜਗਦੀ ਜੋਤ, ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਜੋ ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਜੋ ਕਿ ਹਰ ਇੱਕ ਗੁਰੂ ਕੇ ਸਿੱਖ ਦਾ ਹਿਰਦਾ ਰੂਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਾਲ ਜੁੜੀ ਹੈ, ਔਰ ਬੜੇ ਹੀ ਉਤਸ਼ਾਹ ਦੇ ਨਾਲ, ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਿੱਖ ਸੰਗਤਾਂ ਸ਼ਰਵਣ ਕਰਦੀਆਂ ਨੇ। ਸੋ ਅੱਜ ਜੋ ਸਤਿਗੁਰੂ ਦੇ ਗ੍ਰਹਿ ਵਿੱਚੋਂ, ਸਤਿਗੁਰੂ ਦੇ ਹਰਮੰਦਰ ਵਿੱਚੋਂ ਉਪਦੇਸ਼ ਬਖਸ਼ਿਸ਼ ਹੋਇਆ ਹੈ, ਇਹ ਉਪਦੇਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਵਾਰਕ ਅੰਗ 729 ਅੰਗ ਦੇ ਉੱਤੇ ਸੁਸ਼ੋਭਿਤ ਹੈ। ਸਤਿਗੁਰੂ ਜੀ ਨੇ ਸੂਹੀ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ, ਔਰ ਸਤਿਗੁਰੂ ਜੀ ਇਸ ਹੁਕਮਨਾਮੇ ਦੇ ਅੰਦਰ ਸਾਡੇ ਤੇ ਮਿਹਰ ਕਰਦੇ ਹੈ, ਸਾਡੇ ਤੇ ਬਖਸ਼ਿਸ਼ਾਂ ਕਰਦੇ ਹੈ ਕਿ ਇਨਸਾਨ ਜਿਹੋ ਜਿਹਾ ਬਾਹਰੋਂ ਦਿਸ ਰਿਹਾ ਹੈ ਉਹੇ ਜਿਹਾ ਅੰਦਰ ਹੋਣਾ ਚਾਹੀਦਾ ਹੈ। ਬਾਹਰੋਂ ਪਹਿਰਾਵਾ ਹੋਰ ਹੈ, ਅੰਦਰੋਂ ਵਿਚਾਰ ਹੋਰ ਹੈ। ਸਤਿਗੁਰੂ ਜੀ ਨੇ ਉਸ ਨੂੰ ਆਪਣੇ ਘਰ ਦੇ ਵਿੱਚ ਪ੍ਰਵਾਨ ਨਹੀਂ ਕੀਤਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਸੁਖਮਨੀ ਸਾਹਿਬ ਦੇ ਅੰਦਰ ਬੜੇ ਹਰਮਨ ਪਿਆਰੇ ਸ਼ਬਦ ਬਖਸ਼ਿਸ਼ ਕਰਦੇ ਹੈ। ਸਤਿਗੁਰੂ ਜੀ ਕਹਿੰਦੇ ਹੈ, ਰਹਿਤ ਆਵਰ ਕਛ ਆਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ, ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ। ਅਸੀਂ ਬਾਹਰਲਾ ਪਹਿਰਾਵਾ ਵਿਖਾ ਕੇ ਸੰਗਤ ਨੂੰ ਲੁੱਟ ਸਕਦੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਹੈ ਉਹ ਅਕਾਲ ਪੁਰਖ ਵਾਹਿਗੁਰੂ ਤੇ ਤੇਰੇ ਅੰਦਰ ਬੈਠਾ ਹੈ, ਤੇਰੇ ਅੰਦਰ ਬੈਠਾ ਤੇਰੇ ਇੱਕ ਇੱਕ ਕਾਰਜ ਨੂੰ, ਇੱਕ ਇੱਕ ਕਰਮ ਨੂੰ ਵੇਖ ਰਿਹਾ। ਇਸ ਲਈ ਉਸ ਨੂੰ ਪਹਿਰਾਵੇ ਦੇ ਨਾਲ ਜਾਂ ਭੇਖ ਦੇ ਨਾਲ ਧੋਖਾ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਉਹ ਤੇਰੇ ਨਾਲੋਂ ਵੱਖ ਨਹੀਂ ਹੈ, ਤੇਰੇ ਨਾਲੋਂ ਭਿੰਨ ਨਹੀਂ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਹੈ, ਤੇ ਨਿਸ਼ਾਨੀ ਕੀ ਹੈ, ਉਹਨਾਂ ਦੇ ਕਰਮ ਚੰਗੇ ਬਣ ਜਾਂਦੇ ਨੇ। ਉਹਨਾਂ ਦਾ ਵੇਖਣਾ, ਉਹਨਾਂ ਦਾ ਬੋਲਣਾ, ਉਹਨਾਂ ਦਾ ਸੁਣਨਾ, ਉਹਨਾਂ ਦਾ ਚੱਲਣਾ, ਉਹਨਾਂ ਦਾ ਕਰਨਾ ਸਭ ਕੁਝ ਪਵਿੱਤਰ ਹੋ ਜਾਂਦਾ ਹੈ। ਬਸ ਇਹੀ ਅਕਾਲ ਪੁਰਖ ਵਾਹਿਗੁਰੂ ਦੇ ਹਿਰਦੇ ਦੇ ਨਿਵਾਸ ਦੀ ਨਿਸ਼ਾਨੀ ਹੈ। ਤੇ ਜੇ ਅਸੀਂ ਪਹਿਰਾਵਾ ਵੀ ਪਾਇਆ ਹੋਇਆ,
ਪਰ ਕਰਮ ਮਾੜੇ ਕਰਦੇ ਹਾਂ ਤੇ ਇਹਦਾ ਅਰਥ ਬਣਦਾ ਹੈ ਵੀ ਅਜੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਸਾਡੇ ਹਿਰਦੇ ਵਿੱਚ ਨਹੀਂ ਹੈ। ਜੋ ਉਥਾਨਕਾ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਇਸ ਤੜਫ ਰਹੇ ਸੰਸਾਰ ਵੱਲ ਨਜ਼ਰ ਮਾਰਦੇ ਹੈ, ਭਾਈ ਸਾਹਿਬੋ ਭਾਈ ਗੁਰਦਾਸ ਜੀ ਕਹਿੰਦੇ ਹੈ, ਬਾਬਾ ਵੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਸਤਿਗੁਰੂ ਜੀ 4 ਉਦਾਸੀਆਂ ਕਰਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਉਦਾਸੀ ਹੈ ਪੱਛਮ ਦੀ, ਮੱਕੇ ਮਦੀਨੇ ਦੇ ਵੱਲ। ਤੇ ਸਤਿਗੁਰੂ ਜੀ ਜਦੋਂ ਪਾਕਿਸਤਾਨ ਤੋਂ ਮੱਕੇ ਦੇ ਵੱਲ ਨੂੰ ਉਦਾਸੀ ਸ਼ੁਰੂ ਕਰਦੇ ਹੈ ਤੇ ਰਸਤੇ ਦੇ ਵਿੱਚ ਇੱਕ ਨਗਰ ਆਉਂਦਾ ਹੈ ਜਿਸ ਨੂੰ ਤਲੰਬਾ ਕਰਕੇ ਜਾਣਿਆ ਜਾਂਦਾ ਹੈ। ਤੇ ਇੱਥੇ ਇੱਕ ਜੋ ਕਿ ਧਾਰਮਿਕ ਪਹਿਰਾਵਾ ਪਾ ਕੇ, ਜਿਸ ਦੇ ਤਨ ਦੇ ਉੱਤੇ ਚਿੱਟੇ ਕੱਪੜੇ ਪਹਿਨੇ ਹੈ, ਸਿਰ ਦੇ ਉੱਤੇ ਚਿੱਟਾ ਕੱਪੜਾ ਵੀ ਬੰਨਿਆ ਹੋਇਆ ਹੈ, ਤਿਲਕ ਵੀ ਲਾਇਆ ਹੋਇਆ ਹੈ, ਹੱਥਾਂ ਦੇ ਵਿੱਚ ਮਾਲਾ ਵੀ ਹੈ, ਗਲ ਦੇ ਵਿੱਚ ਵੀ ਮਾਲਾ ਪਾਈ ਹੋਈ ਹੈ, ਤੇ ਆਪਣੀ ਜ਼ਬਾਨ ਦੇ ਵਿੱਚੋਂ ਰਾਮ ਰਾਮ ਸ਼ਬਦ ਵੀ ਪੜ੍ਹਦਾ ਹੈ, ਅੱਲਾ ਅੱਲਾ ਸ਼ਬਦ ਵੀ ਪੜ੍ਹਦਾ ਹੈ। ਜੋ ਇਤਿਹਾਸਕਾਰ ਲਿਖਦੇ ਹੈ, ਕਹਿੰਦੇ ਉਸ ਨੇ ਆਪਣੇ ਕੋਲ 2 ਘੜੇ ਰੱਖੇ ਹੋਏ ਹੈ, ਇੱਕ ਘੜੇ ਤੇ ਹਿੰਦੂ ਲਿਖਿਆ ਹੋਇਆ, ਦੂਜੇ ਘੜੇ ਤੇ ਮੁਸਲਮਾਨ ਲਿਖਿਆ ਹੋਇਆ। ਜਿੱਥੇ 2 ਘੜੇ ਹੈ ਉੱਥੇ ਨਾਲ ਇੱਕ ਪਾਸੇ ਮੰਦਰ ਬਣਾ ਦਿੱਤਾ, ਦੂਜੇ ਪਾਸੇ ਮਸੀਤ ਬਣਾ ਦਿੱਤੀ ਹੈ। ਜੇ ਕੋਈ ਹਿੰਦੂ ਵਿਅਕਤੀ ਆਉਂਦਾ ਹੈ ਤੇ ਉਸ ਨੂੰ ਹਿੰਦੂ ਵਾਲੇ ਘੜੇ ਦੇ ਵਿੱਚੋਂ ਪਾਣੀ ਪਿਆ ਦੇਣਾ, ਜੇ ਕੋਈ ਮੁਸਲਮਾਨ ਆਉਂਦਾ ਹੈ ਉਸ ਨੂੰ ਮੁਸਲਮਾਨ ਵਾਲੇ ਘੜੇ ਦੇ ਵਿੱਚੋਂ ਪਾਣੀ ਪਿਲਾ ਦੇਣਾ। ਤੇ ਰਹਿਣ ਦੇ ਲਈ ਸਰਾਵਾਂ ਬਣਾਈਆਂ ਹੋਈਆਂ ਨੇ। ਤੇ ਲੋਕ ਜਦੋਂ ਉਹਦੇ ਧਰਮ ਦੇ ਭਰੋਸਾ ਕਰਕੇ ਉਸ ਤੇ ਪਹਿਰਾਵੇ ਨੂੰ ਵੇਖ ਕੇ ਉਹਦੇ ਕੋਲ ਜਾਂਦੇ ਹੈ, ਜਲ ਛਕਣ ਤੋਂ ਬਾਅਦ ਜਦੋਂ ਸਰਾਂ ਦੇ ਵਿੱਚ ਰਾਤ ਕੱਟਦੇ ਹੈ ਤੇ ਉਹਨਾਂ ਦੇ ਕੋਲੋਂ ਮਾਇਆ ਜਿੱਥੇ ਚਰਾ ਲਈ ਜਾਂਦੀ ਹੈ, ਉੱਥੇ ਉਹਨਾਂ ਦਾ ਕਾਤਲ ਕਰਕੇ ਇੱਕ ਖੂਹ ਦੇ ਅੰਦਰ ਸੁੱਟ ਦਿੱਤਾ ਜਾਂਦਾ ਹੈ। ਔਰ ਜਿਹੜਾ ਵੀ ਸੱਜਣ ਠੱਗ ਦੇ ਘਰ ਗਿਆ ਉਹ ਵਾਪਸ ਨਹੀਂ ਮੁੜਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਔਰ ਭਾਈ ਮਰਦਾਨਾ ਜੀ ਜਦੋਂ ਲੋਕ ਜਲ ਦੇ ਵਲਦੇ ਨੂੰ ਠਾਰਨ ਦੇ ਵਾਸਤੇ ਤੁਰੇ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੱਜਣ ਠੱਗ ਦੇ ਕੋਲ ਪਹੁੰਚੇ ਹੈ। ਸੱਜਣ ਠੱਗ ਨੇ ਜਦੋਂ ਨਜ਼ਰ ਮਾਰੀ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਤੇ ਬੜੀਆਂ ਰੌਣਕਾਂ ਨੇ। ਜੋ ਵਿਦਵਾਨ ਲੋਕ ਕਹਿੰਦੇ ਹੈ ਕਿ 2 ਲੋਕਾਂ ਦੇ ਚਿਹਰਿਆਂ ਤੇ ਪਰਮਾਤਮਾ ਦੇ ਨਾਮ ਦਾ ਰੰਗ ਹੁੰਦਾ ਹੈ। ਜਿਹੜੇ ਰੱਬ ਦੀ ਬੰਦਗੀ ਕਰਦੇ ਹੈ ਉਹਨਾਂ ਦੇ ਚਿਹਰਿਆਂ ਤੇ ਰੌਣਕ ਹੁੰਦੀ ਹੈ। ਕਹਿਣ ਲੱਗੇ ਜਦੋਂ ਵੇਖਿਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੱਜਣ ਠੱਗ ਨੂੰ ਇਹ ਰੰਗ ਤੇ ਨਜ਼ਰ ਨਹੀਂ ਆਇਆ, ਪਰ ਮਾਇਆ ਦਾ ਰੰਗ ਜ਼ਰੂਰ ਨਜ਼ਰ ਆਉਂਦਾ ਹੈ ਕਿ ਬਹੁਤ ਅਮੀਰ ਬੰਦਾ ਹੋਵੇਗਾ, ਬਹੁਤ ਧਨਾੜ ਬੰਦਾ ਹੋਵੇਗਾ। ਇਸੇ ਲਈ ਸਤਿਗੁਰੂ ਦੇ ਰਹਿਣ ਦੇ ਵਾਸਤੇ ਪ੍ਰਬੰਧ ਕੀਤਾ। ਪਰ ਕੁਝ ਸਮਾਂ ਬੀਤੀਤ ਹੋਇਆ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਔਰ ਭਾਈ ਮਰਦਾਨਾ ਜੀ ਸਾਰੀ ਰਾਤ ਜਦੋਂ ਜਾਗਦੇ ਬੈਠੇ ਨੇ ਤੇ ਅੱਧੀ ਖੁਰਾਕ ਦਾ ਸਮਾਂ ਹੁੰਦਾ ਹੈ ਤੇ ਸਤਿਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਕਹਿ ਦਿੱਤਾ ਕਿ ਮਰਦਾਨਿਆਂ ਬਾਣੀ ਆਈ ਹੈ, ਰਬਾਬ ਵਜਾ। ਪਿਆਰਿਓ ਬਾਣੀ ਆਈ ਹੈ। ਜਦੋਂ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨਾ, ਜਿੱਥੈ ਲਿਖੈ ਮੰਗੀਐ ਤਿੱਥੈ ਖੜੇ ਦਸਨ।
ਤੇ ਸੱਜਣ ਠੱਗ ਦੀ ਜਿਹੜੀ ਅੰਦਰ ਦੀ ਹਾਲਤ ਸੀ, ਕਿਉਂਕਿ ਮੈਂ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਹਾਂ, ਲੋਕ ਮੈਨੂੰ ਸੱਜਣ ਕਰਕੇ ਯਾਦ ਕਰਦੇ ਐ, ਧਾਰਮਿਕ ਕਰਕੇ ਯਾਦ ਕਰਦੇ ਐ, ਸਤਿਕਾਰ ਦਿੰਦੇ ਐ। ਤੇ ਸਤਿਗੁਰੂ ਜੀ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ, ਬਖਸ਼ਿਸ਼ ਕੀਤਾ, ਉਸ ਨੂੰ ਆਪਣੇ ਅੰਦਰ ਦੀ ਹਾਲਤ ਪਤਾ ਲੱਗੀ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਡਿੱਗ ਪੈਂਦਾ ਹੈ। ਕਹਿਣ ਲੱਗਾ, ਸਤਿਗੁਰੂ ਜੀ ਮੇਰੇ ਤੇ ਮਿਹਰ ਕਰੋ, ਜੋ ਆਪ ਜੀ ਨੇ ਸ਼ਬਦ ਉਚਾਰਨ ਕੀਤਾ ਹੈ, ਆਪ ਜੀ ਨੇ ਸ਼ਬਦ ਗਾਇਨ ਕੀਤਾ ਹੈ, ਸੱਚ ਕਰਕੇ ਜਾਣਿਓ ਇਹ ਤੇ ਮੇਰੀ ਅੰਦਰ ਦੀ ਹਾਲਤ ਹੈ। ਮੈਂ ਠੱਗੀਆਂ ਮਾਰਨ ਵਾਲਾ ਹਾਂ। ਪੂਰੇ ਦਾ ਪੂਰਾ ਸ਼ਬਦ ਮੇਰੀ ਅਵਸਥਾ ਨੂੰ ਬਿਆਨ ਕਰ ਰਿਹਾ ਹੈ। ਵੈਸੇ ਤੇ ਸਤਿਗੁਰੂ ਦੀ ਸਾਰੀ ਹੀ ਬਾਣੀ, ਜਿਵੇਂ ਕਿ ਬਾਬਾ ਫਰੀਦ ਜੀ ਕਹਿੰਦੇ ਹੈ ਕਿ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ, ਸਿਰ ਨੀਵਾਂ ਕਰ ਦੇਖ। ਬਾਬਾ ਫਰੀਦ ਜੀ ਕਹਿੰਦੇ ਸਭ ਤੋਂ ਪਹਿਲਾਂ ਸਤਿਗੁਰੂ ਦੀ ਬਾਣੀ ਇਨਸਾਨ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਦੂਜਿਆਂ ਦੇ ਔਗਣ ਵਿਚਾਰਨ ਤੋਂ ਪਹਿਲਾਂ ਆਪਣੇ ਅੰਦਰ ਜ਼ਰੂਰ ਧਿਆਨ ਮਾਰ ਲਿਆ ਕਰ। ਤੇ ਪਿਆਰਿਓ, ਮੈਂ ਬੇਨਤੀ ਕਰਨ ਲੱਗਾ, ਜਿਸ ਸਮੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਭਾਈ ਸਾਹਿਬ ਸਿੰਘ ਜੀ ਨੇ ਜੋ ਡੀਲਟ ਕਰਕੇ ਜਾਣੇ ਗਏ, ਸਟੀਕ ਕੀਤਾ, ਇੱਕ ਓੰਕਾਰ ਤੋਂ ਲੈ ਕੇ 10-20 ਤੱਕ ਉਹਨਾਂ ਨੇ ਗੁਰਬਾਣੀ ਦੇ ਅਰਥ ਕਰ ਦਿੱਤੇ ਹੈ। ਪਰ ਜਿਸ ਸਮੇਂ ਗੁਰਬਾਣੀ ਦੇ ਅਰਥ ਹੋਏ ਤੇ ਭਾਈ ਸਾਹਿਬ ਸਿੰਘ ਜੀ ਦੇ ਮਨ ਦੇ ਅੰਦਰ ਇੱਕ ਖਿਆਲ ਪੈਦਾ ਹੋਇਆ, ਕਹਿਣ ਲੱਗਾ, ਮੈਂ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ ਤਾਂ ਕਰ ਦਿੱਤਾ ਹੈ, ਪਰ ਮੈਂ ਇਸ ਸਟੀਕ ਦਾ ਨਾਮ ਕੀ ਰੱਖਾਂ। ਕਹਿੰਦੇ ਕਈ ਦਿਨ ਗੁਜ਼ਰ ਗਏ ਵਿਚਾਰਦਿਆਂ ਹੋਇਆਂ, ਤੇ ਇੱਕ ਦਿਨ ਭਾਈ ਸਾਹਿਬ ਜਿਸ ਸਮੇਂ ਸੀਸੇ ਦੇ ਸਾਹਮਣੇ ਜਾ ਕੇ ਖਲੋਂਦੇ ਹੈ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਕਾਲਖ ਸੀ। ਸੀਸੇ ਨੇ ਉਹ ਕਾਲਖ ਨੂੰ ਵਿਖਾ ਦਿੱਤਾ ਤੇ ਭਾਈ ਸਾਹਿਬ ਹੱਥ ਜੋੜ ਕੇ ਸੀਸੇ ਦੇ ਅੱਗੇ ਖਲੋਤੇ ਹੋਏ ਗੁਰੂ ਦਾ ਸ਼ੁਕਰ ਕਰਦੇ ਹੈ, ਸ਼ੁਕਰਾਨਾ ਕਰਦੇ ਹੈ। ਕਹਿਣ ਲੱਗੇ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਮੇਰੇ ਤੇ ਬਖਸ਼ਿਸ਼ ਕੀਤੀ ਹੈ। ਕਹਿਣ ਲੱਗਾ, ਮੈਂ ਸਤਿਗੁਰੂ ਦੀ ਬਾਣੀ ਦਾ ਜਿਹੜਾ ਟੀਕਾ ਕਰਨ ਲੱਗਾ, ਉਸ ਦਾ ਨਾਂ ਵੀ ਮੈਂ ਸ਼ੀਸ਼ਾ ਰੱਖਾਂਗਾ। ਕਿਉਂ? ਜੇ ਦੁਨੀਆ ਦਾ ਸੀਸਾ ਸਾਡੇ ਚਿਹਰੇ ਤੇ ਲੱਗੀ ਹੋਈ ਕਾਲਖ ਨੂੰ ਵਿਖਾ ਦਿੰਦਾ ਹੈ, ਤੇ ਸਤਿਗੁਰੂ ਦੀ ਬਾਣੀ ਸਾਡੇ ਹਿਰਦੇ ਦੀ ਕਾਲਖ ਨੂੰ ਵਿਖਾ ਦਿੰਦੀ ਹੈ। ਉਹਨਾਂ ਨੇ ਪਿਆਰਿਓ ਸਤਿਗੁਰੂ ਜੀ ਦੇ ਸਤਿਕਾਰ ਤੇ ਪਿਆਰ ਦੇ ਵਿੱਚ ਟੀਕਾ ਕੀਤਾ, ਤੇ ਜਿਸ ਟੀਕੇ ਨੂੰ ਆਪਾਂ ਅੱਜ ਯਾਦ ਕਰਦੇ ਹਾਂ, ਪੜ੍ਹਦੇ ਹਾਂ, ਦਰਪਣ। ਉਹਨੂੰ ਦਰਪਣ ਕਰਕੇ ਜਾਣਿਆ ਜਾਂਦਾ, ਜਿਹਦਾ ਅਰਥ ਹੈ ਸੀਸਾ। ਦਰਪਣ ਦਾ ਅਰਥ ਸੀਸਾ। ਤੇ ਪਿਆਰਿਓ, ਇਸੇ ਲਈ ਸਤਿਗੁਰੂ ਦੀ ਬਾਣੀ ਤਾਂ ਸਾਡੇ ਅੰਦਰ ਦੇ ਔਗਣਾਂ ਨੂੰ ਸਾਨੂੰ ਵਿਖਾਉਂਦੀ ਹੈ। ਕਿਤੇ ਬੰਦਾ ਸਹਿਜ ਦੇ ਅੰਦਰ ਟਿਕ ਕੇ, ਕਿਤੇ ਗੁਰੂ ਦੀ ਬਾਣੀ ਇਕਾਂਤਤਾ ਦੇ ਨਾਲ, ਸ਼ਾਂਤੀ ਦੇ ਨਾਲ ਪੜ੍ਹ ਲਵੇ, ਤੇ ਸਤਿਗੁਰੂ ਸਾਡੇ ਹਿਰਦੇ ਨੂੰ ਵਿਖਾਉਂਦੀ ਹੈ ਕਿ ਤੇਰੇ ਅੰਦਰ ਕੀ ਟਿਕਿਆ ਪਿਆ ਹੈ। ਇਸੇ ਲਈ ਆਓ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤਾ ਹੋਇਆ ਹੁਕਮਨਾਮਾ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ। ਇਸ ਤੋਂ ਪਹਿਲਾਂ ਸਾਰੀ ਸੰਗਤ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰਿਓ ਜੀ। ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪਹਿਲਾ, ਘਰ ਛੇਵਾ, ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸੂਹੀ ਰਾਗ ਦਾ ਨਾਮ ਹੈ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਅੰਦਰ 31 ਰਾਗ ਨੇ। ਉਹਨਾਂ ਰਾਗਾਂ ਦੇ ਵਿੱਚੋਂ ਇਹ 15ਵਾਂ ਰਾਗ ਹੈ। ਮਹੱਲਾ ਸਰੀਰ ਪਹਿਲਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ। ਘਰ ਇੱਕ ਰਾਗ ਦੇ ਨਾਲ ਸੰਬੰਧਿਤ ਹੈ,
ਤਾਲ ਨਾਲ ਸੰਬੰਧਿਤ ਹੈ। ਸਤਿਗੁਰੂ ਜੀ ਨੇ ਛੇਵੇਂ ਘਰ ਦੇ ਵਿੱਚ ਗਾਉਣ ਦੇ ਲਈ ਸਾਡੇ ਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਸਤਿਗੁਰ ਪ੍ਰਸਾਦ ਜੋ ਗੁਰੂ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਉਜਲ ਕਹਿਆ ਚਿਲਕਣਾ ਘੋਟਿਮ ਕਾਲੜੀ ਮਾਸ। ਕਹਿ ਇੱਕ ਬਰਤਨ ਹੈ। ਸਤਿਗੁਰੂ ਜੀ ਕਹਿੰਦੇ ਹੈ ਜੇ ਆਪਾਂ ਉਜਲ ਦਾ ਅਰਥ ਹੁੰਦਾ ਚਮਕਦਾ ਹੋਇਆ, ਕਹਿ ਦਾ ਭਾਂਡਾ ਲਿਸ਼ਕਦਾ ਹੋਇਆ, ਪਰ ਜਿੰਨਾ ਮਰਜੀ ਉਸ ਨੂੰ ਆਪਾਂ ਘੋਟਮ ਦਾ ਅਰਥ ਹੁੰਦਾ ਧੋ ਲੈਣਾ। ਕਹਿਣ ਲੱਗੇ ਜਿੰਨਾ ਮਰਜੀ ਕਹਿ ਦਾ ਬਰਤਨ ਆਪਾਂ ਧੋ ਲਈਏ, ਜਿੰਨਾ ਮਰਜੀ ਚਮਕਦਾ ਕਰ ਲਈਏ, ਪਰ ਉਸ ਦੇ ਵਿੱਚੋਂ ਹਮੇਸ਼ਾ ਕਾਲਖ ਹੀ ਨਿਕਲਦੀ ਹੈ। ਕਹਿ ਦੇ ਭਾਂਡੇ ਨੂੰ ਧੋਣ ਦੇ ਨਾਲ ਉਹ ਸਾਫ਼ ਨਹੀਂ ਹੁੰਦਾ, ਬਲਕਿ ਅੰਦਰੋਂ ਕਾਲਖ ਹੀ ਕਾਲਖ ਨਿਕਲਦੀ ਹੈ। ਧੋਤਿਆ ਝੂਠ ਨਾ ਉਤਰੈ ਜੇ ਸੌ ਧੋਵਾ ਤਿਸ। ਸਤਿਗੁਰੂ ਜੀ ਕਹਿੰਦੇ ਇੱਕ ਵਾਰੀ ਨਹੀਂ, ਬਲਕਿ ਕਹਿ ਦਾ ਜਿਹੜਾ ਬਰਤਨ ਹੈ ਉਹ ਬਾਹਰੋਂ 100 ਵਾਰੀ ਜੇ ਆਪਾਂ ਸਾਫ਼ ਕਰਨ ਦੀ ਕੋਸ਼ਿਸ਼ ਵੀ ਕਰੀਏ, ਸਤਿਗੁਰੂ ਜੀ ਕਹਿੰਦੇ ਆ ਵੀ ਫੇਰ ਵੀ ਸਾਫ਼ ਨਹੀਂ ਹੁੰਦਾ, ਕਿਉਂਕਿ ਉਹਦੇ ਵਿੱਚੋਂ ਤੇ ਕਾਲਖ ਨਿਕਲਦੀ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਹੈ ਵੀ ਭਾਵੇਂ ਬੰਦਾ ਲੱਖਾਂ ਤੀਰਥਾਂ ਤੇ ਇਸ਼ਨਾਨ ਕਰ ਲਵੇ, ਭਾਵੇਂ ਜਿੰਨੇ ਮਰਜੀ ਥਾਵਾਂ ਤੇ ਜਾ ਕੇ ਆਪਣੇ ਪਿੰਡੇ ਨੂੰ ਮਲ ਕੇ ਧੋ ਲਵੇ, ਪਰ ਜਿਹੜੀ ਅੰਦਰ ਦੀ ਕਾਲਖ ਹੈ ਉਹ ਕੱਲਾ ਇਸ਼ਨਾਨ ਕਰਨ ਦੇ ਨਾਲ ਪਿਆਰਿਓ ਨਹੀਂ ਉਤਰਦੀ। ਮੈਂ ਬੇਨਤੀ ਕਰਦਾ, ਜੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ, ਸਤਿਗੁਰੂ ਦੇ ਦਰ ਦੇ ਨਾਲ ਹਰ ਗੁਰੂ ਨਾਨਕ ਦੇ ਘਰ ਦੇ ਨਾਲ ਇੱਕ ਸਰੋਵਰ ਜੁੜਿਆ ਹੋਇਆ ਹੈ। ਸਤਿਗੁਰੂ ਦੇ ਸਰੋਵਰ ਦਾ ਅਰਥ ਕੀ ਹੈ ਕਿ ਭਾਈ ਜੋ ਕਿ ਬੜੇ ਲੰਮੇ ਸਮੇਂ ਤੋਂ ਇੱਕ ਜਾਤ ਪਾਤ ਦਾ ਜਿਹੜੀ ਕਾਲਖ ਹੈ ਸਮਾਜ ਨੂੰ ਲੱਗੀ ਹੈ, ਸਤਿਗੁਰੂ ਜੀ ਕਹਿੰਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਤੇ ਆਪਣੇ ਜਾਤ ਪਾਤ ਦੀ ਜਿਹੜੀ ਮੈਲ ਹੈ, ਜੋ ਪਾਪਾਂ ਦੀ ਮੈਲ ਹੈ, ਸਤਿਗੁਰੂ ਜੀ ਕਹਿੰਦੇ ਇਸ ਨੂੰ ਧੋ ਕੇ ਜਾ। ਜੇ ਬਾਹਰੋਂ ਸਰੀਰ ਨੂੰ ਧੋ ਕੇ ਕਵੇਂ ਕਿ ਮੈਂ ਪਵਿੱਤਰ ਹੋ ਗਿਆ, ਸਤਿਗੁਰੂ ਜੀ ਕਹਿੰਦੇ ਕੱਲਾ ਸਰੀਰ ਨੂੰ ਧੋ ਕੇ ਪਿਆਰਿਓ ਕਦੇ ਬੰਦਾ ਪਵਿੱਤਰ ਨਹੀਂ ਹੁੰਦਾ। ਇਸ ਲਈ ਸਤਿਗੁਰੂ ਜੀ ਕਹਿੰਦੇ ਆ ਧੋਤਿਆਂ ਝੂਠ ਨਾ ਉਤਰੈ। ਬੰਦਾ ਸਵੇਰੇ ਵੀ ਇਸ਼ਨਾਨ ਕਰੇ, ਦੁਪਹਿਰੇ ਵੀ ਇਸ਼ਨਾਨ ਕਰ ਲਵੇ ਤੇ ਸ਼ਾਮਾਂ ਦੇ ਸਮੇਂ ਵੀ ਇਸ਼ਨਾਨ ਕਰ ਲਵੇ ਤੇ ਆਪਣੇ ਸਰੀਰ ਨੂੰ ਪਿਆਰਿਓ ਚੰਗੀ ਤਰ੍ਹਾਂ ਸਾਫ਼ ਕਰੇ। ਪਰ ਸਤਿਗੁਰੂ ਜੀ ਕਹਿੰਦੇ ਜੇ ਅੰਦਰ ਮੈਲ ਹੈ, ਪਾਪਾਂ ਦੀ ਮੈਲ ਹੈ, ਬੇਈਮਾਨੀ ਦੀ ਮੈਲ ਹੈ, ਤੇ ਪਿਆਰਿਓ ਕਦੇ ਵੀ ਬੰਦਾ ਪਵਿੱਤਰ ਨਹੀਂ ਹੋ ਸਕਦਾ। ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨ। ਸੱਜਣ ਇੱਥੇ ਜਿਹੜਾ ਸ਼ਬਦ ਆਇਆ ਹੈ ਉਹ ਤੇ ਆਪਾਂ ਕਵਾਂਗੇ ਵੀ ਇੱਕ ਵਿਅਕਤੀ ਦੇ ਰੂਪ ਅੰਦਰ ਹੈ। ਸੱਜਣ ਠੱਗ ਨਾਲ ਸੰਬੰਧਿਤ ਸ਼ਬਦ ਹੈ, ਪਰ ਪਿਆਰਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਜਿਹੜਾ ਸੱਜਣ ਸ਼ਬਦ ਆਇਆ ਉਹ ਕਈ ਰੂਪਾਂ ਦੇ ਵਿੱਚ ਆਇਆ ਹੈ। ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਅਕਾਲ ਪੁਰਖ ਵਾਹਿਗੁਰੂ ਦੇ ਬਾਬਤ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਬਾਬਤ ਸ਼ਬਦ ਆਇਆ ਹੈ, ਜੋ ਕਿ ਆਪਾਂ ਰੋਜ਼ ਪੜ੍ਹਦੇ ਹਾਂ। ਸੱਜਣ ਸੇਈ ਨਾਲ ਮੈਂ ਜਿੱਥੇ ਪੜ੍ਹਿਆ ਉੱਥੇ ਇਹ ਵੀ ਸ਼ਬਦ ਪੜ੍ਹਦੇ ਹਾਂ ਕਿ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸ਼ਾਹ। ਪਿਆਰਿਓ ਇੱਥੇ ਪ੍ਰਮਾਤਮਾ ਦੇ ਲਈ ਸ਼ਬਦ ਆਇਆ ਹੈ। ਕਿਤੇ ਜਿਹੜਾ ਸੱਜਣ ਸ਼ਬਦ ਹੈ ਉਹ ਪਿਆਰਿਓ ਮਿੱਤਰ ਦੇ ਲਈ ਵੀ ਆਇਆ ਹੈ ਕਿ ਦੇਖੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਕਿਤੇ ਸੱਜਣ ਸ਼ਬਦ ਆਉਂਦਾ ਆ ਦੇਹੀ ਦੇ ਲਈ। ਦੇਹੀ ਦੇ ਲਈ ਵੀ ਸਤਿਗੁਰੂ ਜੀ ਨੇ ਸੱਜਣ ਸ਼ਬਦ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਆ ਦੇਹੀ ਜਦੋਂ ਕਬਰਸਤਾਨ ਦੇ ਵਿੱਚ ਚਲੀ ਜਾਂਦੀ ਹੈ ਤੇ ਉਸ ਸਮੇਂ ਪਿਆਰਿਓ ਜਿਹੜੀ ਰੂਹ ਆ ਉਹ ਤਾਹਾਂ ਮਾਰ ਕੇ ਰੋਂਦੀ ਹੈ ਕਿ ਮੈਂ ਕਿੱਥੇ ਚਲੀ ਜਾਵਾਂ, ਮੈਨੂੰ ਹੁਣ ਕੋਈ ਰਸਤਾ ਨਹੀਂ ਲੱਭਦਾ। ਧਨ ਜੋਵਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ,
ਪੱਬਣ ਕੇਰੇ ਪਤ ਜਿਉ ਟਲ ਟੁਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੌ ਹੁੱਲਾ, ਦਿਨ ਥੋੜੇ ਭਏ ਥੱਕੇ ਭਏ ਭਇਆ ਪੁਰਾਣਾ ਚੋਲਾ। ਸਤਿਗੁਰੂ ਜੀ ਕਹਿੰਦੇ ਆ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ। ਉੱਥੇ ਸੱਜਣ ਦਾ ਅਰਥ ਸਰੀਰ ਹੈ, ਵੀ ਮੇਰਾ ਸਰੀਰ ਕਬਰ ਦੇ ਵਿੱਚ ਚਲਾ ਗਿਆ। ਇਸੇ ਲਈ ਸਤਿਗੁਰੂ ਜੀ ਨੇ ਜਿਹੜਾ ਇੱਥੇ ਸੱਜਣ ਸ਼ਬਦ ਵਰਤਿਆ, ਸਤਿਗੁਰੂ ਜੀ ਨੇ ਸੱਜਣ ਠੱਗ ਦੇ ਲਈ ਵਰਤਿਆ, ਜਾਂ ਆਪਾਂ ਗੁਣਾਂ ਲਈ ਵੀ ਕਹਿ ਸਕਦੇ ਹਾਂ ਕਿ ਭਾਈ ਆਪਣੀ ਜ਼ਿੰਦਗੀ ਦੇ ਅੰਦਰ ਗੁਣਾਂ ਨੂੰ ਮਿੱਤਰ ਬਣਾ, ਤੇ ਜਿਹੜੇ ਹਰ ਸਮੇਂ ਤੇਰਾ ਸਾਥ ਤੇਰਾ ਸੰਗ ਬਣ ਕੇ ਰਹਿਣ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨਾ, ਜਿੱਥੇ ਤੂੰ ਜਾਵੇਂ ਤੇਰੇ ਨਾਲ ਤੇਰੇ ਗੁਣ ਤੇਰੀ ਮਦਦ ਕਰਨਗੇ। ਤੇ ਔਗਣ ਪਿਆਰਿਓ ਹਮੇਸ਼ਾ ਬੰਦੇ ਨੂੰ ਬਦਨਾਮੀ ਦਿੰਦੇ ਐ। ਜੇ ਬੰਦੇ ਵਿੱਚ ਔਗਣ ਹੈ ਤੇ ਬੰਦੇ ਦੀ ਬਦਨਾਮੀ ਹੁੰਦੀ ਹੈ, ਜੇ ਇਨਸਾਨ ਦੇ ਵਿੱਚ ਗੁਣ ਨੇ ਤੇ ਪਿਆਰਿਓ ਉਸ ਦੀ ਇੱਜ਼ਤ ਹੁੰਦੀ ਹੈ, ਉਹਨੂੰ ਸਤਿਕਾਰ ਮਿਲਦਾ ਹੈ, ਉਹਦਾ ਸਤਿਕਾਰ ਕੀਤਾ ਜਾਂਦਾ ਹੈ। ਇਸੇ ਲਈ ਸਤਿਗੁਰੂ ਜੀ ਸੱਜਣ ਠੱਗ ਨੂੰ ਕਹਿਣ ਲੱਗੇ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨਾ। ਭਾਈ ਉਹ ਕੰਮ ਕਰਿਆ ਕਰ, ਉਹ ਚੰਗੇ ਗੁਣ ਪੈਦਾ ਕਰ ਜੋ ਹਮੇਸ਼ਾ ਤੇਰੇ ਨਾਲ ਅੰਗ ਸੰਗ ਹੋ ਕੇ ਰਹਿਣ। ਜਿੱਥੈ ਲਿਖਾ ਮੰਗੀਐ ਤਿੱਥੈ ਖੜੇ ਦਿਸਨ। ਸਤਿਗੁਰੂ ਜੀ ਕਹਿਣ ਲੱਗੇ, ਜਿੱਥੈ ਲਿਖੈ ਮੰਗੀਐ, ਭਾਵ ਹੈ ਪਿਆਰਿਓ ਮੈਂ ਇੱਕ ਬੇਨਤੀ ਕਰ ਦੇਵਾਂ, ਜੋ ਕਿ ਅੱਜ ਸਾਡੇ ਪ੍ਰਚਾਰਕ ਵੀਰ ਇੱਕ ਗੱਲ ਤੋਂ ਮੁਨਕਰ ਹੋ ਗਏ ਹੈ ਕਿ ਭਾਈ ਸਭ ਕੁਝ ਇੱਥੇ ਹੈ, ਬੰਦਾ ਜੋ ਕਰਦਾ ਉਸ ਨੂੰ ਇੱਥੇ ਹੀ ਮਿਲ ਜਾਂਦਾ ਹੈ। ਪਰ ਮੈਂ ਬੇਨਤੀ ਕਰਾਂ, ਇਹ ਗੱਲ ਜ਼ਰੂਰ ਹੈ ਕਿ ਬੰਦਾ ਜੋ ਬੀਜਦਾ ਹੈ ਇਸ ਦੁਨੀਆ ਦੇ ਵਿੱਚੋਂ ਉਹੀ ਫਲ ਛਕਦਾ ਹੈ, ਉਹੀ ਵੱਢਦਾ ਹੈ, ਉਹੀ ਪਾਲਦਾ ਹੈ। ਪਰ ਪਿਆਰਿਓ ਸਰੀਰ ਦੇ ਨਾਲ ਕਦੇ ਆਤਮਾ ਖਤਮ ਨਹੀਂ ਹੋ ਜਾਂਦੀ। ਸਤਿਗੁਰੂ ਜੀ ਨੇ ਇਸ ਗੱਲ ਦਾ ਜ਼ਿਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਆ, ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਰਬਰਿਕ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਰੰਕਾਰ ਲੇਹ ਦੇ ਸੰਜਰੀਆ। ਸਰੀਰ ਦੇ ਨਾਲ ਕਰਮ ਨਹੀਂ ਨਾਸ ਹੋ ਜਾਂਦੇ। ਜਿਵੇਂ ਕਿ ਪਿਆਰਿਓ ਮੈਂ ਉਦਾਹਰਨ ਦੇਵਾਂ, ਕਈ ਵਾਰ ਆਪਾਂ ਵੇਖਦੇ ਹਾਂ ਪਿਆਰਿਓ, ਵਾਣ ਦੀ ਰੱਸੀ ਨੂੰ ਅੱਗ ਲੱਗ ਜਾਂਦੀ ਹੈ, ਵਾਣ ਦੀ ਰੱਸੀ ਸੜ ਜਾਂਦੀ ਹੈ, ਪਰ ਜਿਹੜਾ ਉਸ ਵਾਣ ਦੀ ਰੱਸੀ ਨੂੰ ਵੱਟ ਚੜਿਆ ਹੋਇਆ ਹੈ ਉਹ ਅੱਗ ਦੇ ਨਾਲ ਕਦੇ ਖਤਮ ਨਹੀਂ ਹੁੰਦਾ। ਇਸੇ ਲਈ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਜਿੱਥੇ ਇੱਥੇ ਮਾੜੇ ਕਰਮਾਂ ਦਾ ਫਲ ਮਾੜਾ ਮਿਲਦਾ ਹੈ, ਉਸ ਦੇ ਨਾਲ ਹੀ ਜਿਹੜਾ ਸਰੀਰ ਦੇ ਵਿਣਸਣ ਤੋਂ ਬਾਅਦ ਵੀ ਬੰਦਾ ਮਾੜੇ ਕੰਮ ਕਰਦਾ ਹੈ, ਉਹ ਮਾੜੇ ਕਰਮ ਉਹਦਾ ਖਹਿੜਾ ਨਹੀਂ ਛੱਡਦੇ, ਤੇ ਚੰਗਾ ਕਰਮ ਕੀਤਾ ਤੇ ਚੰਗਾ ਕਰਮ ਵੀ ਨਾਲ ਜਾਂਦਾ ਹੈ, ਮਾੜੇ ਕਰਮ ਕੀਤਿਆਂ ਮਾੜਾ ਕਰਮ ਵੀ ਨਾਲ ਜਾਂਦਾ ਹੈ। ਇਸੇ ਲਈ ਸਤਿਗੁਰੂ ਜੀ ਕਹਿੰਦੇ ਆ ਕਿ ਭਾਈ ਜਿੱਥੈ ਲਿਖੈ ਮੰਗੀਐ ਤਿੱਥੈ ਖੜੇ ਦਸਨ। ਜਿਹੜੇ ਚੰਗੇ ਕੰਮ ਕਰੇਗਾ ਤੇਰੇ ਸਾਥੀ ਬਣ ਕੇ ਤੇਰਾ ਸਾਥ ਦੇਣ। ਸਤਿਗੁਰੂ ਜੀ ਕਹਿੰਦੇ ਚੰਗੇ ਕੰਮ ਕਰਿਆ ਕਰ, ਇੱਕ ਦਿਨ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਲੇਖਾ ਜੋਖਾ ਹੋਣਾ ਹੈ। ਇਸੇ ਲਈ ਚੰਗੇ ਕੰਮਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ ਕਰ। ਰਹਾਉ ਕੋਠੇ ਮੰਡਪ ਮਾੜੀਆ, ਪਾਸੋ ਚਿਤ ਵਿਆਹਾ। ਸਤਿਗੁਰੂ ਜੀ ਕਹਿੰਦੇ ਕੋਠੇ ਮੰਡਪ ਮਾੜੀਆਂ। ਸਤਿਗੁਰੂ ਜੀ ਕਹਿੰਦੇ ਆ ਵੀ ਭਾਵੇਂ ਜਿੰਨੇ ਵੀ ਸੋਹਣੇ ਮਹਿਲ ਮਨਾਰੇ ਹੋਣ, ਭਾਵੇਂ ਜਿੰਨੇ ਹੀ ਉੱਚੇ ਵੱਡੇ ਮਹਿਲ ਹੋਣ, ਉਹ ਸੋਹਣੇ ਹੋਣ, ਬੜੇ ਚਿੱਤਰਾਂ ਵਾਲੇ ਹੋਣ, ਬੜੇ ਸਜਾਵਟਾਂ ਵਾਲੇ ਹੋਣ, ਪਰ ਜੇਕਰ ਅੰਦਰੋਂ ਖਾਲੀ ਹੈ ਤੇ ਉਹ ਕਿਸੇ ਕੰਮ ਨਹੀਂ ਹੈ। ਇਸ ਦੁਨੀਆ ਦੇ ਅੰਦਰ ਬੜੇ ਸੋਹਣੇ ਸਰੀਰ ਮਿਲ ਜਾਣਗੇ, ਬੜੇ ਸੋਹਣੇ ਚਿਹਰੇ ਮਿਲ ਜਾਣਗੇ, ਪਰ ਪਿਆਰਿਓ ਜੇ ਸਰੀਰ ਦੇ ਅੰਦਰ ਔਗਣ ਨੇ ਨਾ, ਤੇ ਫਿਰ ਸੋਹਣੇ ਚਿਹਰੇ ਸੋਹਣੇ ਸਰੀਰ ਕਿਸੇ ਕੰਮ ਨਹੀਂ ਹਨ। ਢੱਠੀਆ ਕੰਮ ਨਾ ਆਵਨੀ,
ਵਿੱਚੋਂ ਸਖਣੀ ਆਹਾ। ਜਦੋਂ ਇਹ ਮਹਿਲ ਮਨਾਰੇ ਜਿਨ੍ਹਾਂ ਦੇ ਅੰਦਰ ਕੋਈ ਵਸਦਾ ਨਹੀਂ ਹੈ ਪਰ ਸੋਹਣੇ ਬਹੁਤ ਹੈ, ਜਦੋਂ ਇਹ ਢਹਿ ਜਾਂਦੇ ਹੈ ਤੇ ਸਤਿਗੁਰੂ ਜੀ ਕਹਿੰਦੇ ਕਿਸੇ ਕੰਮ ਨਹੀਂ ਹੈ। ਆਪਾਂ ਸਤਿਗੁਰੂ ਦੀ ਬਾਣੀ ਦੇ ਅੰਦਰ ਇੱਕ ਸ਼ਬਦ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ, ਐ ਇਨਸਾਨ ਤੂੰ ਕਦੇ ਜ਼ਿੰਦਗੀ ਦੇ ਅੰਦਰ ਧਿਆਨ ਮਾਰ ਕੇ ਵੇਖੀ, ਜਾਨਵਰ ਮਰ ਜਾਂਦੇ ਹੈ, ਉਹਨਾਂ ਦੇ ਹੱਡ ਵੀ ਕੰਮ ਆ ਜਾਂਦੇ ਹੈ, ਉਹਨਾਂ ਦਾ ਚੰਮ ਵੀ ਕੰਮ ਆਉਂਦਾ ਹੈ, ਪਰ ਤੇਰੇ ਮਰਨ ਦੇ ਨਾਲ ਕਿੰਨਾ ਕੁ ਤੂੰ ਸਮਾਜ ਦੇ ਵਿੱਚ ਭਲਾ ਕਰਦਾ ਹੈ। ਤੇਰਾ ਕੋਈ ਅੰਗ ਠੀਕ ਹੈ, ਮੌਤ ਤੋਂ ਕੁਝ ਸਮਾਂ ਬਾਅਦ ਕੰਮ ਆ ਸਕਦਾ ਹੈ, ਪਰ ਜੇ ਕੁਝ ਸਮਾਂ ਹੋਰ ਗੁਜ਼ਰ ਜੇ ਤਾਂ ਕਿਸੇ ਕੰਮ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਆ, ਤੇਰੇ ਨਾਲੋਂ ਤੇ ਉਹ ਜਾਨਵਰ ਚੰਗੇ ਹੈ ਜਿਨ੍ਹਾਂ ਦਾ ਇੱਕ ਇੱਕ ਅੰਗ ਬਲਕਿ ਚਮੜਾ ਵੀ ਕੰਮ ਆ ਜਾਂਦਾ ਹੈ। ਕੀ ਕਰਾਉਣਾ ਸੋਹਣਿਆਂ ਸਰੀਰਾਂ ਤੋਂ ਜੇ ਕਿਤੇ ਆਪਣੇ ਹਿਰਦੇ ਦੇ ਅੰਦਰ ਉਸ ਵਾਹਿਗੁਰੂ ਦੇ ਗੁਣ ਨਹੀਂ ਵਸਾਏ, ਕਦੇ ਚੰਗਾ ਕਾਰਜ ਨਹੀਂ ਕੀਤਾ, ਦੁਨੀਆ ਦੇ ਅੰਦਰ ਭਲੇ ਦੇ ਕੰਮ ਨਹੀਂ ਕੀਤੇ। ਇਸੇ ਲਈ ਸਤਿਗੁਰੂ ਜੀ ਕਹਿੰਦੇ ਹੈ, ਉੱਚੇ ਮਹਿਲ ਮਨਾਰੇ ਜਦੋਂ ਢਹਿ ਜਾਂਦੇ ਹੈ ਤੇ ਸਖਣੇ ਕਾ ਕੰਮ ਹੈ, ਜਿਹੜੇ ਸਖਣੇ ਮਹਿਲ ਆ ਉਹ ਕਿਸੇ ਕੰਮ ਨਹੀਂ ਆਉਂਦੇ। ਬੱਗਾ ਬੱਗੀ ਕਪੜੇ ਤੀਰਥ ਮੰਜ ਵਸਨ। ਸਤਿਗੁਰੂ ਜੀ ਕਹਿੰਦੇ, ਜਦੋਂ ਆਪਾਂ ਤੀਰਥਾਂ ਤੇ ਜਾਂਦੇ ਹਾਂ ਨਾ ਤੇ ਪਿਆਰਿਓ ਉੱਥੇ ਵਗਲੇ ਬੜੇ ਮਿਲ ਜਾਂਦੇ ਆ, ਵੇਖਣ ਨੂੰ ਤੇ ਬੜੇ ਸੋਹਣੇ ਲੱਗਦੇ ਆ, ਬੜੇ ਚਿੱਟੇ ਲੱਗਦੇ ਆ, ਪਰ ਉਹਨਾਂ ਦੀ ਕਰਨੀ ਨੂੰ ਜਦੋਂ ਵੇਖਿਆ ਜਾਂਦਾ ਹੈ ਤੇ ਕਰਨੀ ਦੇ ਵਿੱਚ ਪਤਾ ਲੱਗਦਾ ਹੈ ਕਿ ਇਹ ਤਾਂ ਵੇਖਣ ਨੂੰ ਚਿੱਟੇ ਆ ਪਰ ਇਹਨਾਂ ਦੇ ਮਨ ਕਾਲੇ ਐ, ਇਹਨਾਂ ਦੇ ਹਿਰਦੇ ਕਾਲੇ ਐ, ਇਹ ਤੇ ਤੀਰਥ ਦੇ ਉੱਤੇ ਡੱਡਾਂ ਪਕੜਨ ਲਈ ਬੈਠੇ ਐ। ਇਸੇ ਲਈ ਕਿਤੇ ਅਸੀਂ ਤਾਂ ਨਹੀਂ ਇਹ ਕਾਰਜ ਕਰੇ ਸਤਿਗੁਰੂ ਦੇ ਦਰ ਤੇ ਬੈਠ ਕੇ ਸੰਗਤਾਂ ਨੂੰ ਭੁਲੇਖਾ ਪੈ ਜਾਵੇ ਕਿ ਇਹਨਾਂ ਦੇ ਤਾਂ ਚਿੱਟੇ ਕੱਪੜੇ ਨੇ, ਬੜੇ ਚੰਗੇ ਲੋਕ ਐ, ਪਰ ਜਦੋਂ ਕਿਸੇ ਦੇ ਧਰਮ ਨੂੰ, ਜਦੋਂ ਕਿਸੇ ਦੇ ਪਿਆਰਿਓ ਪੈਸੇ ਨੂੰ ਚੁਰਾਉਣ ਦੀ ਨਿਗਾਹ ਰੱਖਦੇ ਹਾਂ ਤੇ ਸਾਡੀ ਵੀ ਬਿਰਤੀ ਉਸ ਬਗਲੇ ਵਾਲੀ ਹੈ ਜਿਹੜਾ ਤੀਰਥ ਤੇ ਬੈਠਾ ਡੱਡਾਂ ਨੂੰ ਖਾ ਰਿਹਾ ਹੈ। ਸਤਿਗੁਰੂ ਜੀ ਕਹਿੰਦੇ, ਭਾਈ ਬਗਲੇ ਨਹੀਂ ਬਣਨਾ, ਬਣ ਕੇ ਸਤਿਗੁਰੂ ਦੀ ਬਾਣੀ ਨੇ ਹੰਸ ਨੂੰ ਤਰਜੀਹ ਦਿੱਤੀ ਹੈ। ਕਹਿੰਦੇ ਭਾਈ ਹੰਸ ਬਿਰਤੀ ਦੇ ਬਣਨਾ ਹੈ ਤੇ ਚੰਗੀ ਸੁਰਤ ਰੱਖਣੀ ਹੈ, ਚੰਗੀ ਬਿਰਤੀ ਰੱਖਣੀ ਹੈ। ਇਸੇ ਲਈ ਬੱਗੇ ਨਹੀਂ ਬਣਨਾ, ਬਗਲੇ ਨਹੀਂ ਬਣਨਾ। ਭਾਵੇਂ ਉਹ ਤੀਰਥਾਂ ਤੇ ਰਹਿੰਦੇ ਆ ਪਰ ਕਰਮ ਉਹ ਮਾੜੇ ਕਰਦੇ ਹਨ। ਘੁੱਟ ਘੁੱਟ ਜੀਆ ਖਾਵਨੇ ਬੱਗੇ ਨਾ ਕਹੀਅਨ। ਠੀਕ ਹੈ, ਉਹਨਾਂ ਨੂੰ ਸ਼ਬਦਾਂ ਦੇ ਵਿੱਚ ਤਾਂ ਬੱਗੇ ਕਿਹਾ ਜਾ ਸਕਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਉਹ ਤੇ ਘੁੱਟ ਘੁੱਟ ਕੇ ਜੀਆਂ ਨੂੰ ਖਾ ਰਹੇ ਹੈ, ਉਹ ਤੇ ਦੂਜਿਆਂ ਦੀ ਜਾਨ ਨੂੰ ਖਤਮ ਕਰ ਰਹੇ ਹੈ, ਦੂਜਿਆਂ ਦਾ ਕਾਤਲ ਬਣੇ ਹੋਏ ਹੈ। ਸਤਿਗੁਰੂ ਜੀ ਕਹਿੰਦੇ ਇਸ ਲਈ ਉਹਨਾਂ ਨੂੰ ਬੱਗੇ ਨਹੀਂ ਕਿਹਾ ਜਾ ਸਕਦਾ, ਉਹਨਾਂ ਨੂੰ ਤੇ ਕਾਲੀ ਕਿਹਾ ਜਾਵੇਗਾ। ਸਿਮਲ ਰੁਖ ਸਰੀਰ ਮੈਂ ਜਨ ਦੇਖ ਭੁਲਨ। ਸਿੰਬਲ ਇੱਕ ਦਰਖਤ ਹੈ ਪਿਆਰਿਓ, ਜਿਸ ਦਾ ਕੱਦ ਕਾਫੀ ਲੰਬਾ ਹੈ, ਜਿੱਤੇ ਜਿਹੜਾ ਫਲ ਲੱਗਦਾ ਉਹ ਵੀ ਬੜਾ ਸੁਹਾਵਣਾ ਸੋਹਣਾ ਹੈ, ਪਰ ਉਹ ਕੇਵਲ ਤੇ ਕੇਵਲ ਗੁੱਦ ਤੋਂ ਬਿਨਾ ਉਹਦੇ ਵਿੱਚ ਕੁਝ ਨਹੀਂ ਹੈ। ਨਾ ਉਹਦੇ ਵਿੱਚ ਕੋਈ ਰਸ ਹੈ, ਨਾ ਉਹ ਤੇ ਕੋਈ ਫਲ ਮਿੱਠਾ ਹੈ। ਪਰ ਪਿਆਰਿਓ ਜਦੋਂ ਕੋਈ ਤੋਤਾ ਜਾਂਦਾ ਹੈ ਇਸ ਭੁਲੇਖੇ ਦੇ ਵਿੱਚ ਸੋਹਣੇ ਫਲ ਨੂੰ ਵੇਖਦਾ ਹੈ ਤੇ ਜਦੋਂ ਉਹ ਰਸ ਲੈਣ ਵਾਸਤੇ ਉਹ ਫਲ ਦੇ ਵਿੱਚ ਚੁੰਝ ਮਾਰਦਾ ਹੈ ਤੇ ਉਹ ਚੁੰਝ ਨੂੰ ਪਕੜ ਲੈਂਦਾ ਹੈ। ਬਸ ਕੀ ਹੈ, ਤੋਤਾ ਤੜਫਦਾ ਤੜਫਦਾ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੀ ਭਾਈ ਕਈ ਥਾਵਾਂ ਦੇ ਉੱਤੇ ਵੇਖਣ ਨੂੰ ਤੇ ਧਰਮ ਲੱਗਦਾ ਹੈ, ਪਰ ਕਈ ਵਿਚਾਰੇ ਅਣਜਾਣ ਪੁਣੇ ਦੇ ਅੰਦਰ ਜਦੋਂ ਉੱਥੇ ਜਾਂਦੇ ਆ ਤੇ ਉਹ ਆਪਣਾ ਆਪ ਲੁਟਾ ਲੈਂਦੇ ਆ। ਸਤਿਗੁਰੂ ਜੀ ਕਹਿੰਦੇ ਸਿੰਬਲ ਰੁੱਖ ਨਹੀਂ ਬਣਨਾ, ਭਾਈ ਚੰਗੇ ਇਨਸਾਨ ਬਣ ਕੇ ਚੰਗੇ ਭਲੇ ਦੇ ਕਾਰਜ ਕਰਨੇ ਹਨ। ਮੈਂ ਬੇਨਤੀ ਕਰਾਂ, ਸਿੰਬਲ ਰੁੱਖ ਸਰੀਰ ਮੈਂ ਜਨ। ਸਤਿਗੁਰੂ ਜੀ ਨੇ ਇੱਥੇ ਸ਼ਬਦ ਉਚਾਰਨ ਕੀਤਾ ਮੈਂ ਜਨ। ਕਈ ਵੀਰ ਉਚਾਰਨ ਕਰਦੇ ਆ ਮੈਜਨ। ਮੈਜਨ ਦਾ ਅਰਥ ਵੀ ਤੋਤਾ ਹੈ, ਪਰ ਜੋ ਸੰਪਰਦਾਈ
ਜੋ ਸ਼ਬਦ ਵਿਚਾਰ ਚੱਲਦੀ ਹੈ ਉਹਦੇ ਮੁਤਾਬਕ ਪਿਆਰਿਓ ਮੈਂ ਜਨ ਸ਼ਬਦ ਪੜਿਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਪਿਆਰਿਓ ਭੁਲੇਖਾ ਖਾ ਕੇ ਤੋਤਾ ਸਿੰਬਲ ਰੁੱਖ ਦੇ ਕੋਲ ਜਾਂਦਾ ਹੈ ਤੇ ਉੱਥੇ ਭੁਲੇਖੇ ਦੇ ਵਿੱਚ ਮਾਰਿਆ ਜਾਂਦਾ ਹੈ, ਇਸੇ ਲਈ ਅਸੀਂ ਸਿੰਬਲ ਰੁੱਖ ਬਣ ਕੇ ਕਿਸੇ ਨੂੰ ਧੋਖਾ ਨਹੀਂ ਦੇਣਾ। ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ। ਸਤਿਗੁਰੂ ਜੀ ਬੜੀ ਨਿਮਰਤਾ ਦੇ ਵਿੱਚ ਆ ਕੇ ਵੇਖੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਿਆਰਿਓ ਕਿੰਨੀ ਨਿਮਰਤਾ ਰੱਖਦੇ ਐ। ਅਸੀਂ ਤਾਂ ਜੇਕਰ 2-4 ਕਲਾਸਾਂ ਪੜ੍ਹ ਜਾਂਦੇ ਆ, 2-4 ਅੱਖਰਾਂ ਦਾ ਗਿਆਨ ਪ੍ਰਾਪਤ ਕਰ ਲਿਆ ਤੇ ਬੰਦਾ ਬੜੇ ਮਾਣ ਨਾਲ ਦੱਸਦਾ, ਬੜੇ ਹੰਕਾਰ ਦੇ ਨਾਲ ਦੱਸਦਾ ਤੇ ਪਿਆਰਿਓ ਸਤਿਗੁਰੂ ਜੀ ਕਹਿਣ ਲੱਗੇ ਹੀ ਅਕਾਲ ਪੁਰਖ ਵਾਹਿਗੁਰੂ ਜਿਸ ਤਰੀਕੇ ਦੇ ਨਾਲ ਸਿੰਬਲ ਰੁੱਖ ਹੈ ਬਸ ਮੇਰੀ ਵੀ ਹਾਲਤ ਇਹੀ ਹੈ। ਮੈਂ ਵੀ ਕੋਈ ਬਹੁਤਾ ਚੰਗਾ ਨਹੀਂ ਹਾਂ। ਪਿਆਰਿਓ ਜਿਹੜੇ ਰੱਬ ਦੇ ਪਿਆਰੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆ ਨਾ ਤੇ ਸਤਿਗੁਰੂ ਜੀ ਨੇ ਜਦੋਂ 3 ਪੌੜੀਆਂ ਉਚਾਰਨ ਕੀਤੀਆਂ, ਸਤਿਗੁਰੂ ਜੀ ਪਹਿਲੀ ਪੌੜੀ ਉਚਾਰਨ ਕਰਦੇ ਐ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ। ਸਤਿਗੁਰੂ ਜੀ ਲਾਸਟ ਬੰਦ ਦੇ ਵਿੱਚ ਜਾ ਕੇ ਉਚਾਰਨ ਕਰਦੇ ਆ ਕੁਦਰਤ ਕਾਵਣ ਕਹਾਂ ਵਿਚਾਰ ਬਾਰਿਆ ਨਾ ਜਾਵਾਂ ਏਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਤੇ ਸਤਿਗੁਰੂ ਜੀ ਤੀਜੀ ਪੌੜੀ ਜਿਹੜੀ ਉਚਾਰਨ ਕਰਦੇ ਆ ਸੰਖ ਨਾਭ ਸੰਖ ਤਾਬ ਅਗੰਮ ਅਗੰਮ ਅਸੰਖ ਲੋ। ਤੇ ਸਤਿਗੁਰੂ ਜੀ ਇੱਥੇ ਵੀ ਕੁਦਰਤ ਕਾਵਣ ਵਿਚਾਰ ਕਹਿੰਦੇ ਆ। ਪਰ ਪਿਆਰਿਓ ਜਦੋਂ ਸਤਿਗੁਰੂ ਜੀ ਨੇ ਦੋਸਲਿਆਂ ਲਈ ਇਹ ਸ਼ਬਦ ਵਰਤਿਆ, ਸਤਿਗੁਰੂ ਜੀ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰ ਹੈ ਭਾਰ। ਸਤਿਗੁਰੂ ਜੀ ਕਹਿੰਦੇ ਨਾਨਕ ਨੀਚ ਕਹਿ ਵਿਚਾਰ। ਪਿਆਰਿਓ ਦੋਨਾਂ ਥਾਵਾਂ ਤੇ ਸਤਿਗੁਰੂ ਨੇ ਕੁਦਰਤ ਕਾਵਣ ਕਹਾਂ ਵਿਚਾਰ ਕਿਹਾ, ਪਰ ਜਦੋਂ ਸਤਿਗੁਰੂ ਜੀ ਨੇ ਦੂਜੇ ਦੇ ਔਗਣ ਦੀ ਗੱਲ ਕੀਤੀ ਹੈ ਤੇ ਉਸ ਤੋਂ ਪਹਿਲਾਂ ਸਤਿਗੁਰੂ ਜੀ ਆਪ ਨਿਮਰਤਾ ਦੇ ਘਰ ਵਿੱਚ ਆ ਕੇ ਕਹਿੰਦੇ ਐ, ਨਿਮਾਣੇ ਬਣ ਕੇ ਕਹਿੰਦੇ ਐ ਕਿ ਨਾਨਕ ਨੀਚ ਕਹਿ ਵਿਚਾਰ। ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇ ਆਪ ਨੀਵਾਂ ਹਾਂ, ਬਲਕਿ ਸਤਿਗੁਰੂ ਜੀ ਆਪ ਨੀਵੇਂ ਨਹੀਂ ਹੈ, ਆਪ ਨੀਚ ਨਹੀਂ ਹੈ। ਸਤਿਗੁਰੂ ਜੀ ਤੇ ਬਹੁਤ ਵੱਡੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਰ ਪਿਆਰਿਓ ਗੁਣ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਨੀਵਾਂ ਦੱਸਣਾ ਇਹ ਧੰਨ ਸ਼੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਅੰਦਰ ਗੁਣ ਨੇ। ਸਤਿਗੁਰੂ ਜੀ ਕਹਿੰਦੇ ਹੈ ਹੇ ਅਕਾਲ ਪੁਰਖ ਵਾਹਿਗੁਰੂ ਸੇ ਕਹਿਣ ਲੱਗੇ ਬਸ ਉਹੀ ਹੈ ਜਿਹੜੇ ਔਗਣ ਉਹ ਸਿੰਬਲ ਰੁੱਖ ਦੇ ਵਿੱਚ ਹੈ ਤੇ ਮੇਰੇ ਵਿੱਚ ਵੀ ਉਹੀ ਔਗਣ ਹੈ। ਮੈਂ ਤਨ ਹਨ ਕਹਿਣ ਲੱਗੇ ਮੇਰੇ ਵਿੱਚ ਵੀ ਉਹੀ ਔਗਣ ਹਨ। ਅੰਦੁਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਅੰਦੁਲੇ ਦਾ ਅਰਥ ਹੁੰਦਾ ਅੰਨਾ ਬੰਦਾ। ਕਹਿਣ ਲੱਗੇ ਸਤਿਗੁਰੂ ਜੀ ਪਿਆਰਿਓ ਜੇਕਰ ਬੰਦੇ ਨੇ ਆਪਣੇ ਸਿਰ ਦੇ ਉੱਤੇ ਭਾਰ ਚੁੱਕਿਆ ਹੋਇਆ ਤੇ ਅੱਖਾਂ ਤੋਂ ਵੀ ਅੰਨਾ ਹੈ, ਰਸਤੇ ਦਾ ਵੀ ਕੋਈ ਪਤਾ ਨਹੀਂ ਹੈ, ਪਹਾੜੀ ਇਲਾਕਾ ਹੈ, ਕਿੱਧਰ ਨੂੰ ਤੁਰ ਕੇ ਜਾਵੇਗਾ। ਵੇਖੋ ਸਿਰ ਤੇ ਭਾਰ ਹੈ, ਅੱਖਾਂ ਤੋਂ ਅੰਨਾ ਹੈ। ਸਤਿਗੁਰੂ ਜੀ ਕਹਿੰਦੇ ਹੈ ਕਿ ਪਹਾੜੀ ਰਸਤਾ ਹੈ, ਅੰਦੁਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਤੇ ਰਸਤਾ ਵੀ ਬੜਾ ਲੰਮੇਰਾ ਹੈ। ਇਸੇ ਲਈ ਸਾਡੀ ਹਾਲਤ ਤੇ ਇਹੋ ਜੀ ਹੈ। ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ। ਹੁਣ ਇਸ ਲਈ ਦੁਨੀਆ ਦੇ ਮਾੜੇ ਕਰਮਾਂ ਦਾ ਔਗਣਾਂ ਦਾ ਭਾਰ ਤੇ ਸਿਰ ਤੇ ਲੱਦ ਲਿਆ। ਅੱਖਾਂ ਵਿੱਚ ਗਿਆਨ ਵੀ ਕੋਈ ਨਹੀਂ ਹੈ, ਇਸੇ ਲਈ ਅੱਖਾਂ ਅੰਨੀਆਂ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਹੁਣ ਮੈਂ ਕਿਵੇਂ ਆਪਣੇ ਰਸਤੇ ਨੂੰ ਪਾਰ ਕਰਾਂ। ਚੱਕਰੀਆ ਚੰਗਿਆਈਆ ਅਵਰ ਸਿਆਨਪ ਕਿਤ। ਚਾਕਰੀਆਂ ਦਾ ਅਰਥ ਭਾਵੇਂ ਕਿ ਆਪਾਂ ਪਿਆਰਿਓ ਚੰਗਿਆਈਆਂ ਕਰਦੇ ਆਂ,
ਪਰ ਇੱਥੇ ਚਾਕਰੀਆਂ ਦਾ ਅਰਥ ਹੈ ਖੁਸ਼ਾਮਦ ਕਰਨੀ, ਕਿਸੇ ਦੇ ਅੱਗੇ ਨੀਵਾਂ ਹੋ ਕੇ ਚੱਲਣਾ। ਤੇ ਪਿਆਰਿਓ, ਸਤਿਗੁਰੂ ਜੀ ਕਹਿੰਦੇ ਹੈ ਬੰਦਾ ਖੁਸ਼ਾਮਦਾ ਵੀ ਕਰੇ, ਚੰਗਿਆਈਆਂ ਲੋਕਾਂ ਨੂੰ ਵਿਖਾਉਣ ਦੇ ਵਾਸਤੇ। ਦੇਖੋ, ਇੱਕ ਅੰਦਰੋਂ ਕਰਮ ਚੰਗੇ ਕਰਨੇ ਹੈ, ਇੱਕ ਲੋਕਾਂ ਨੂੰ ਵਿਖਾਉਣ ਵਾਸਤੇ ਚੰਗੇ ਕਰਮ ਕਰਨੇ ਨੇ। ਸਤਿਗੁਰੂ ਜੀ ਕਹਿੰਦੇ ਖੁਸ਼ਾਮਦਾ ਕਰਨੀਆਂ, ਦਿਖਾਵੇ ਦੇ ਚੰਗੇ ਕੰਮ ਕਰਨੇ, ਤੇ ਆਪਣੇ ਆਪ ਨੂੰ ਬਹੁਤਾ ਸਿਆਣਾ ਕਰਕੇ ਮੰਨਣਾ। ਸਤਿਗੁਰੂ ਜੀ ਕਹਿੰਦੇ ਇਹ ਬੰਦੇ ਦੇ ਵਿੱਚ ਚਤੁਰਾਈ ਹੋਵੇ। ਨਾਨਕ ਨਾਮ ਸੰਭਾਲ ਤੂੰ, ਬੱਦਾ ਛੁਟਹਿ ਜਿਤ। ਸਤਿਗੁਰੂ ਜੀ ਕਹਿੰਦੇ ਆ ਤੇਰੇ ਵਿੱਚ ਚਲਾਕੀ ਹੋਵੇ, ਪਰ ਰੱਬ ਦੇ ਦਰ ਤੇ ਕੋਈ ਪ੍ਰਵਾਨ ਨਹੀਂ ਹੈ। ਇਸੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਨਕ ਨਾਮ ਸੰਭਾਲ ਤੂੰ। ਭਾਈ, ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰ, ਜੋ ਤੇਰੇ ਮਾੜੇ ਕਰਮਾਂ ਦੇ ਵਿੱਚ ਤੂੰ ਬੰਨ੍ਹਿਆ ਹੋਇਆ ਹੈ, ਤੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੈਨੂੰ ਇਸ ਮਾੜੇ ਕਰਮਾਂ ਦੇ ਵਿੱਚੋਂ ਬਚਾ ਲਵੇਗਾ। ਭਾਵੇਂ ਕਿ ਆਪਾਂ ਅੱਜ ਸਵਾਲ ਕਰਦੇ ਹੈ ਕਿ ਵਾਹਿਗੁਰੂ ਵਾਹਿਗੁਰੂ ਦੇ ਕਰਨ ਦਾ ਕੀ ਫਾਇਦਾ। ਤੇ ਪਿਆਰਿਓ, ਸਤਿਗੁਰੂ ਜੀ ਦੀ ਬਾਣੀ ਤੇ ਆਰੰਭਤਾ ਵਿੱਚ ਕਹਿੰਦੀ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਅੱਗੇ ਲਿਖਿਆ ਜਪ। ਭਾਈ, ਜਾਪ ਸ਼ੁਰੂ ਕਰਨਾ ਹੈ, ਵਾਹਿਗੁਰੂ ਦਾ ਸਿਮਰਨ ਕਰਿਆ ਕਰਨਾ ਹੈ। ਤੇ ਆਓ ਪਿਆਰਿਓ, ਜੋ ਲੜੀਵਾਰ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਆਨੰਦ ਸਾਹਿਬ ਦੀ ਬਾਣੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਆਓ ਸ਼੍ਰਵਣ ਕਰਨਾ ਕਰੀਏ ਜੀ। ਭਗਤਾਂ ਕੀ ਚਾਲ ਨਿਰਾਲੀ। ਪਿਆਰਿਓ, ਭਗਤਾਂ ਕੀ ਚਾਲ ਨਿਰਾਲੀ। ਚਾਲ ਦਾ ਅਰਥ ਹੁੰਦਾ ਜਿਉਣ ਦਾ ਤਰੀਕਾ, ਜਿਉਣ ਦਾ ਢੰਗ। ਰੱਬ ਦੇ ਪਿਆਰਿਆਂ ਦੇ ਜਿਉਣ ਦਾ ਢੰਗ ਹੈ ਜਿਹੜਾ, ਉਹ ਸੰਸਾਰ ਦੇ ਨਾਲੋਂ ਵੱਖਰਾ ਹੁੰਦਾ ਹੈ। ਕਿਵੇਂ ਵੱਖਰਾ ਹੁੰਦਾ ਹੈ? ਸਮਾਜ ਦੇ ਅੰਦਰ ਜਦੋਂ ਆਪਾਂ ਵੇਖਦੇ ਹਾਂ ਤੇ ਪਿਆਰਿਓ, ਕਿਸੇ ਦੇ ਘਰ ਦੇ ਵਿੱਚ ਬੱਚਾ ਹੁੰਦਾ ਹੈ ਤੇ ਉਹ ਆਪਣੇ ਬੱਚਿਆਂ ਦੇ ਗਲਾਂ ਦੇ ਵਿੱਚ ਤਵੀਤ ਧਾਗੇ ਪਾ ਦਿੰਦੇ ਹੈ। ਪਰ ਜਿਹੜੇ ਰੱਬ ਦੇ ਪਿਆਰਿਆਂ ਦੇ ਪਿਆਰਿਓ ਗੁਣ ਨੇ, ਉਹ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਰੱਬ ਦਾ ਸ਼ੁਕਰ ਕਰਦੇ ਹੈ ਤੇ ਗੁਰੂ ਦਾ ਸ਼ੁਕਰ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਂਦੇ ਹੈ। ਪਿਆਰਿਓ, ਇਹ ਪਹਿਲਾ ਕਰਮ ਹੈ। ਫਿਰ ਜੇ ਗੱਲ ਕਰੀਏ ਬੰਦਗੀ ਦੀ, ਸਮਾਜ ਦੇ ਅੰਦਰ ਪਿਆਰਿਓ ਸੰਸਾਰ ਰੱਬ ਨੂੰ ਉਲਾਂਭੇ ਦਿੰਦਾ ਹੈ, ਪਰ ਇੱਕ ਰੱਬ ਦਾ ਪਿਆਰਾ ਜਿਹੜਾ, ਉਹ ਦੁੱਖ ਤੇ ਸੁੱਖ ਦੇ ਸਮੇਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਬਾਣੀ ਨੂੰ ਮਿੱਠਾ ਕਰਕੇ ਮੰਨਦਾ ਹੈ। ਇਹ ਵੀ ਉਹਦੇ ਵਿੱਚ ਨਿਰਾਲਾਪਣ ਹੁੰਦਾ ਹੈ। ਪਿਆਰਿਓ, ਫਿਰ ਜ਼ਿੰਦਗੀ ਦੇ ਅੰਦਰ ਸੋਹਣੇ ਸੋਹਣੇ ਕੰਮ ਕਰਨੇ, ਕਿਸੇ ਲੋੜਵੰਦ ਦੀ ਮਦਦ ਕਰਨੀ, ਕਿਸੇ ਮਰੀਜ਼ ਦੀ ਮਦਦ ਕਰਨੀ। ਇਸੇ ਲਈ ਰੱਬ ਦੇ ਪਿਆਰੇ ਆ ਜਿਹੜੇ, ਉਹਨਾਂ ਦੇ ਕਰਮਾਂ ਦੇ ਵਿੱਚ ਉਹਨਾਂ ਦਾ ਜਿਉਣ ਦਾ ਤਰੀਕਾ ਸਮਾਜ ਦੇ ਨਾਲੋਂ ਵੱਖਰਾ ਹੁੰਦਾ ਹੈ। ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਪਿਆਰਿਓ, ਭਾਵੇਂ ਕਿ ਜਿਹੜਾ ਇਹ ਰਸਤਾ ਭਗਤ ਸਾਹਿਬਾਨਾਂ ਵਾਲਾ ਰਸਤਾ ਹੈ ਤੇ ਬੜਾ ਔਖਾ। ਆ ਕਈ ਵਾਰ ਆਪਾਂ ਵੇਖਦੇ ਹਾਂ, ਜਦੋਂ ਇੱਕ ਗੁਰੂ ਕੇ ਪਿਆਰੇ ਸਿੱਖ ਦਾ ਆਨੰਦ ਕਾਰਜ ਦਾ ਸਮਾਂ ਹੁੰਦਾ ਹੈ ਤੇ ਰਿਸ਼ਤੇਦਾਰ ਕਹਿੰਦੇ ਹੈ ਵੀ ਆ ਗਾਉਣ ਵਾਲਾ ਕਹਿੰਦਾ ਸ਼ਰਾਬ ਵੀ ਵਰਤਾਉਣੀ ਹੈ, ਤੀਜਾ ਕਹਿੰਦਾ ਬੱਕਰੇ ਵੀ ਵੱਢਣੇ ਹੈ, ਤੇ ਚੌਥਾ ਕਹਿੰਦਾ ਡੀਜੇ ਲੈ ਕੇ ਆਉਣੇ ਹੈ। ਪਰ ਪਿਆਰਿਓ, ਰੱਬ ਦਾ ਪਿਆਰਾ ਤਾਂ ਇੱਕ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਉਹ ਕੀਰਤਨ ਕਰਵਾਉਂਦਾ ਹੈ। ਸਤਿਗੁਰੂ ਦੇ ਪਿਆਰਿਆਂ ਨੂੰ ਘਰ ਵਿੱਚ ਬੁਲਾ ਕੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਸੁਣਦਾ ਹੈ। ਇਸੇ ਲਈ ਰੱਬ ਦੇ ਪਿਆਰਿਆਂ ਦਾ ਤੇ ਸੰਸਾਰੀ ਲੋਕਾਂ ਦਾ ਹੀ ਫਰਕ ਹੁੰਦਾ ਹੈ, ਪਰ ਹੁੰਦਾ ਹੈ ਬੜਾ ਔਖਾ ਰਸਤਾ। ਸਤਿਗੁਰੂ ਜੀ ਕਹਿੰਦੇ, ਪਰ ਰੱਬ ਦੇ ਪਿਆਰੇ ਇਸ ਰਸਤੇ ਤੇ ਤੁਰਦੇ ਹਨ। ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਸਤਿਗੁਰੂ ਜੀ ਕਹਿਣ ਲੱਗੇ, ਲੱਭ ਦਾ ਅਰਥ ਹੁੰਦਾ ਪਿਆਰਿਓ ਜੀਵ ਦਾ ਰਸ। ਰੱਬ ਦੇ ਪਿਆਰਿਆਂ ਦਾ ਜੀਵ ਦਾ ਚਸਕਾ ਜਿਹੜਾ, ਉਹ ਸੰਸਾਰੀ ਤਰ੍ਹਾਂ ਨਹੀਂ ਹੁੰਦਾ। ਲੋਭ ਇੱਕ ਮਨ ਨਾਲ ਸੰਬੰਧਿਤ ਹੈ। ਜਿਵੇਂ ਕਿ ਅੱਜ ਆਪਾਂ ਵੇਖਦੇ ਹਾਂ,
ਜਦੋਂ ਇੱਕ ਲੜਕਾ ਔਰ ਲੜਕੀ ਦਾ ਰਿਸ਼ਤਾ ਹੁੰਦਾ ਹੈ ਤੇ ਲੜਕੇ ਵਾਲੇ ਪਰਿਵਾਰ ਹੈ ਜਿਹੜੇ ਉਹ ਪਿਆਰਿਓ ਦਾਜ ਦਹੇਜ ਮੰਗਦੇ ਹੈ, ਪਰ ਰੱਬ ਦੇ ਪਿਆਰਿਆਂ ਨੂੰ ਨਾ ਤੇ ਜੀਵ ਦਾ ਚਸਕਾ ਹੁੰਦਾ ਹੈ, ਨਾ ਮਨ ਦਾ ਲੋਭ ਹੁੰਦਾ ਹੈ, ਨਾ ਉਹਨਾਂ ਦੀ ਜ਼ਿੰਦਗੀ ਵਿੱਚ ਅਹੰਕਾਰ ਹੁੰਦਾ ਹੈ। ਸਾਡੇ ਕੋਲ 4 ਟਕੇ ਆ ਜਾਣ ਅਸੀਂ ਹੰਕਾਰ ਕਰਦੇ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਨਾ ਤੇ ਰੱਬ ਦੇ ਪਿਆਰਿਆਂ ਵਿੱਚ ਲੋਭ ਹੈ, ਨਾ ਲੱਭ ਹੈ, ਨਾ ਅਹੰਕਾਰ ਹੈ ਤੇ ਨਾ ਤ੍ਰਿਸ਼ਨਾ ਹੈ। ਪਿਆਰਿਓ ਹਰ ਸਮੇਂ ਦੌੜੇ ਰਹਿਣਾ, ਰੱਬ ਦੇ ਨਾਮ ਦੇ ਨਾਲੋਂ ਟੁੱਟ ਜਾਣਾ, ਕੇਵਲ ਤੇ ਕੇਵਲ ਮਾਇਆ ਬਾਰੇ ਸੋਚੀ ਜਾਣਾ। ਸਤਿਗੁਰੂ ਜੀ ਕਹਿਣ ਲੱਗੇ ਇਹ ਵੀ ਔਗਣ ਰੱਬ ਦੇ ਪਿਆਰਿਆਂ ਵਿੱਚ ਨਹੀਂ ਹੁੰਦਾ। ਬਹੁਤਾ ਨਾ ਹੀ ਬੋਲਣਾ, ਬੋਲਣਾ ਦਾ ਅਰਥ ਇੱਕ ਤੇ ਆਪਾਂ ਇਹ ਕਰ ਲਈਏ ਕਿ ਰੱਬ ਦੇ ਪਿਆਰੇ ਜਿੰਨਾ ਕੁ ਬੋਲਦੇ ਹੈ ਉਹ ਚੰਗਾ ਬੋਲਦੇ ਹੈ ਤੇ ਪਿਆਰਿਓ ਕਿਸੇ ਨੂੰ ਮੰਦਾ ਨਹੀਂ ਬੋਲਦੇ, ਆਪ ਮੁਹਾਰੇ ਨਹੀਂ ਬੋਲਦੇ। ਤੇ ਦੂਜਾ ਬੋਲਣਾ ਉਲਾਂਭੇ ਦੇਣਾ ਵੀ ਹੈ, ਉਹ ਰੱਬ ਨੂੰ ਉਲਾਂਭੇ ਵੀ ਨਹੀਂ ਦਿੰਦੇ। ਖੰਨੇ ਉਹ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਖੰਨਿਓ ਦਾ ਅਰਥ ਹੁੰਦਾ ਖੰਡਾ, ਭਾਵ ਕਿ ਖੰਡੇ ਦੀ ਧਾਰ, ਬਾਲਿਓ ਨਿੱਕੀ ਬਾਲ, ਬਾਲ ਦੇ ਨਾਲੋਂ ਵੀ ਬਰੀਕ। ਸਤਿਗੁਰੂ ਦੀ ਸਿੱਖੀ ਹੈ ਪਿਆਰਿਓ, ਉਹ ਬੜੀ ਬਰੀਕ ਤੇ ਖੰਡੇ ਦੀ ਧਾਰ ਹੈ। ਕੋਈ ਵਿਰਲਾ ਵਿਰਲਾ ਰੱਬ ਦਾ ਪਿਆਰਾ ਇਸ ਮਾਰਗ ਤੇ ਚੱਲਦਾ ਹੈ, ਨਹੀਂ ਤੇ ਆਪਾਂ ਵੇਖਦੇ ਹਾਂ ਕਿ ਪਿਆਰਿਓ ਬੰਦਾ ਤਿਲਕ ਜਾਂਦਾ ਹੈ। ਮੈਂ ਇੱਕ ਦਿਨ ਵਿਚਾਰ ਕਰ ਰਿਹਾ ਸਾਂ ਕਿ ਬੰਦਾ ਪਿਆਰਿਓ 4 ਅਵਸਥਾ ਦੇ ਵਿੱਚ ਦੀ ਨਿਕਲਦਾ ਹੈ। ਆਪਾਂ ਵੇਖਦੇ ਹਾਂ ਕਿ ਜਦੋਂ ਸਿਆਲ ਦਾ ਸਮਾਂ ਆਉਂਦਾ ਹੈ ਤੇ ਘਿਓ ਹੈ ਜਿਹੜਾ ਉਹ ਡਲੇ ਦੇ ਰੂਪ ਵਿੱਚ ਜੰਮ ਜਾਂਦਾ ਹੈ, ਪਰ ਜਿਸ ਸਮੇਂ ਗਰਮੀ ਆਉਂਦੀ ਹੈ ਉਹ ਛਾਂ ਦੇ ਵਿੱਚ ਪਿਆ ਹੋਇਆ ਵੀ ਪਿਆਰਿਓ ਉਹ ਆਪਾਂ ਵੇਖਦੇ ਹਾਂ ਕਿ ਡਲਾ ਖਿੰਡ ਜਾਂਦਾ ਹੈ, ਪਦਾਰਥ ਤਰਲ ਪਦਾਰਥ ਵਿੱਚ ਬਦਲ ਜਾਂਦਾ ਹੈ। ਇਸੇ ਤਰ੍ਹਾਂ ਇੱਕ ਪ੍ਰਕਾਰ ਦਾ ਸਿੱਖ ਤਾਂ ਇਹ ਹੈ ਕਿ ਥੋੜਾ ਜਿਹਾ ਜ਼ਿੰਦਗੀ ਦੇ ਅੰਦਰ ਦੁੱਖ ਆਇਆ ਤੇ ਪਿਆਰਿਓ ਗੁਰੂ ਨਾਲੋਂ ਟੁੱਟ ਜਾਂਦਾ ਹੈ। ਦੂਜੇ ਨੰਬਰ ਤੇ ਪਿਆਰਿਓ ਆਪਾਂ ਵੇਖਦੇ ਹਾਂ ਇੱਕ ਲੱਕੜੀ ਦਾ ਕਹਿ ਲਈਏ ਕੋਈ ਟੋਟਾ, ਉਹਨੂੰ ਭਾਵੇਂ ਧੁੱਪ ਦੇ ਵਿੱਚ ਰੱਖੋ ਭਾਵੇਂ ਛਾਂ ਦੇ ਵਿੱਚ ਰੱਖੋ ਕੋਈ ਫਰਕ ਨਹੀਂ ਪੈਣਾ, ਬਲਕਿ ਇੱਥੋਂ ਤੱਕ ਵੀ ਜੇ ਉਹਨੂੰ ਆਪਾਂ ਅੱਗ ਦੇ ਵਿੱਚ ਵੀ ਸਾੜ ਦਈਏ ਤੇ ਉਹ ਰਾਖ ਬਣ ਜਾਂਦਾ ਹੈ, ਪਰ ਪਿਆਰਿਓ ਆਪਣੇ ਪਿਆਰੇ ਦੇ ਨਾਲੋਂ ਫੇਰ ਪ੍ਰੀਤ ਨਹੀਂ ਛੱਡਦਾ। ਸਤਿਗੁਰੂ ਜੀ ਕਹਿੰਦੇ ਹੈ ਵੀ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਲੋਕ ਨੇ ਪਿਆਰਿਓ। ਹੁਣ ਕੀ ਹੈ, ਇਹਨਾਂ ਦੇ ਅੰਦਰ ਹੀ ਇੱਕ ਮਿੱਟੀ ਦਾ ਡਲਾ ਹੈ, ਜਿਨ੍ਹਾਂ ਨੂੰ ਅੱਗ ਦੇ ਵਿੱਚ ਸਾੜਿਆਂ ਵੀ ਉਹ ਸਖਤ ਤਾਂ ਹੋ ਜਾਂਦੇ ਹੈ, ਪਰ ਪਿਆਰਿਓ ਉਹ ਗੁਰੂ ਨਾਲੋਂ ਟੁੱਟਦੇ ਨਹੀਂ ਹੈ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦੁੱਖ ਵੀ ਆਉਣ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੁੱਖ ਵੀ ਆਉਣ, ਇੱਥੋਂ ਤੱਕ ਕਿ ਹਕੂਮਤਾਂ ਦੇ ਵੱਲੋਂ ਪਿਆਰਿਓ ਉਹਨਾਂ ਦਾ ਸਰੀਰ ਕੱਟ ਵੀ ਦਿੱਤਾ ਜਾਵੇ, ਪਰ ਉਹ ਰੱਬ ਦੇ ਪਿਆਰੇ ਆਪਣੇ ਗੁਰੂ ਦੇ ਨਾਲੋਂ ਨਹੀਂ ਟੁੱਟਦੇ, ਗੁਰੂ ਨਾਲੋਂ ਨਹੀਂ ਮੁਨਕਰ ਹੁੰਦੇ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਗੁਰੂ ਦੀ ਕਿਰਪਾ ਸਦਕਾ ਉਹਨਾਂ ਨੇ ਆਪਣਾ ਆਪ ਤਜ ਦਿੱਤਾ, ਆਪਣਾ ਆਪ ਮਾਰ ਲਿਆ, ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਮੁਰਦਾ ਮਰੀਦ ਬਣ ਕੇ ਗੁਰੂ ਦੇ ਦਰ ਤੇ ਰਹਿੰਦਾ ਹੈ, ਸੋ ਬਾਸ਼ਨਾ ਅੰਦਰੋਂ ਕੱਢ ਦਿੰਦਾ ਹੈ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਸਤਿਗੁਰੂ ਜੀ ਕਹਿੰਦੇ ਆ ਰੱਬ ਦੇ ਪਿਆਰਿਆਂ ਦਾ ਚੱਲਣਾ, ਰੱਬ ਦੇ ਪਿਆਰਿਆਂ ਦਾ ਬੋਲਣਾ, ਰੱਬ ਦੇ ਪਿਆਰਿਆਂ ਦਾ ਜ਼ਿੰਦਗੀ ਵਿੱਚ ਕਰਨਾ ਪਿਆਰਿਓ ਸਭ ਕੁਝ ਦੁਨੀਆ ਤੋਂ ਵੱਖਰਾ ਹੁੰਦਾ ਹੈ। ਜਿਸ ਨੂੰ ਆਪਾਂ ਪੜ੍ਹਦੇ ਹਾਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਮੈਂ ਧੰਨਵਾਦ ਕਰਦਾ ਹਾਂ ਸਿੰਘ ਸਾਹਿਬਾਨ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸਾਡੇ ਅਤੀ ਸਤਿਕਾਰਯੋਗ ਜਿਨ੍ਹਾਂ ਨੇ ਸਤਿਗੁਰੂ ਦੀ ਬਾਣੀ ਦਾ ਹੁਕਮਨਾਮਾ ਲਿਆ ਹੈ, ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਦੀਵਾਨ ਹਾਲ ਮੰਜੀ ਸਾਹਿਬ ਦੇ ਗ੍ਰੰਥੀ ਸਾਹਿਬਾਨ, ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ, ਅਤੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ, ਪਿਆਰਿਓ ਸਾਡੇ ਅਤੀ ਸਤਿਕਾਰਯੋਗ ਸਾਰੀ ਹੀ ਸਿੱਖ ਸੰਗਤਾਂ ਦਾ ਧੰਨਵਾਦ ਹੈ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ਾਂ ਕੀਤੀਆਂ।
ਸੋ ਹਾਜ਼ਰੀ ਭਰਦਿਆਂ ਕੋਲੋਂ ਵਿਚਾਰ ਕਰਦਿਆਂ ਕੋਲੋਂ ਗਲਤੀ ਹੋ ਗਈ, ਮਾਫ ਕਰਨਾ ਵਾਹਿਗੁਰੂ ਬਖਸ਼ਣਯੋਗ ਹੈ। ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।